ਸਾਰੇ ਵਿਦਿਆਰਥੀਆਂ ਨੂੰ ਸਤਿ ਸ੍ਰੀ ਅਕਾਲ। ਆਪਾਂ ਪਿਛਲੇ ਲੈਕਚਰ ਵਿੱਚ ਕੁਝ ਕੋਸੈਟ ਰਾਈਟ ਕੋਸੈਟ ਦੀਆਂ ਪ੍ਰੋਪਰਟੀਜ਼ ਜੋ ਥਿਊਰਮ ਪ੍ਰੂਵ ਕੀਤੀਆਂ ਸੀਗੀਆਂ ਉਹੀ ਆਪਾਂ ਅੱਗੇ ਕੰਟੀਨਿਊ ਕਰ ਰਹੇ ਹੈਗੇ ਤੇ ਮੈਂ ਸਟੇਟਮੈਂਟ ਪੜ੍ਹ ਰਿਹਾ ਜੀ, ਤੁਸੀਂ ਵੀ ਸਟੇਟਮੈਂਟ ਦੇਖ ਲਓ। ਇਹ ਸਟੇਟਮੈਂਟ ਹੈਗੀ ਆ, there is 1-1 correspondence between the set of left cosets of H in G and set of right cosets of H in G। ਇਹ ਸਟੇਟਮੈਂਟ ਸਮਝਣੀ ਹੈ। ਲਾਸਟ ਲੈਕਚਰ ਪੜ੍ਹਿਆ ਸੀ ਆਪਾਂ ਕਿ 1-1 ਕੋਰਸਪੋਂਡੈਂਸ ਕੀ ਹੁੰਦੀ ਹੈਗੀ ਆ। ਪਿਛੇ ਜਿਹੜਾ ਲਾਸਟ ਥਿਊਰਮ ਕਰੀ ਸੀ ਉਹ ਸ਼ੋਅ ਕੀਤਾ ਸੀ ਆਪਾਂ ਨੇ, ਜੇ ਕੋਈ ਵੀ ਆਪਾਂ ਦੋ ਰਾਈਟ ਕੋਸੈਟ ਬਣਾਵਾਂਗੇ ਇਹਨਾਂ 'ਚ 1-1 ਕੋਰਸਪੋਂਡੈਂਸ ਹੋਗੀ, ਮਤਲਬ ਇਹਨਾਂ ਵਿੱਚ ਨੰਬਰ ਆਫ ਐਲੀਮੈਂਟ ਸੇਮ ਹੋਣਗੇ, ਜਿੰਨੇ ਇੱਕ ਇਹਦੇ ਵਿੱਚ ਨੇ ਉਹਨੇ ਇਹਦੇ ਵਿੱਚ ਹੋਣਗੇ। ਇਹ 1-1 ਕੋਰਸਪੋਂਡੈਂਸ ਕਿਤੇ ਵੀ ਜਿੰਨੇ ਵੀ ਰਾਈਟ ਕੋਸੈਟ ਬਣਾਵਾਂਗੇ ਉਹਦੇ 'ਚ ਨੰਬਰ ਆਫ ਐਲੀਮੈਂਟ ਸੇਮ ਹੋਣਗੇ। ਤੇ ਇਹ ਵਾਸਤੇ ਫੰਕਸ਼ਨ ਡਿਫਾਈਨ ਕੀਤਾ ਸੀ ਆਪਾਂ ਨੂੰ 1-1 ਤੇ 1-2 ਪ੍ਰੂਵ ਕੀਤਾ ਸੀ। ਹੁਣ ਇਸ ਥਿਊਰਮ 'ਚ ਕੀ ਕਰਨਾ ਆਪਾਂ ਨੇ ਦੱਸਣਾ ਹੈ ਕਿ ਜੋ ਨੰਬਰ ਆਫ ਲੈਫਟ ਕੋਸੈਟ ਨੇ, ਮਤਲਬ ਲੈਫਟ ਕੋਸੈਟ ਨੰਬਰ ਆਫ ਲੈਫਟ ਕੋਸੈਟ ਇਹ ਨੰਬਰ ਆਫ ਰਾਈਟ ਕੋਸੈਟ ਨੇ, ਜਿੰਨੇ ਲੈਫਟ ਕੋਸੈਟ ਬਣਨਗੇ ਉਨੇ ਹੀ ਰਾਈਟ ਕੋਸੈਟ ਬਣਨਗੇ। ਐਲੀਮੈਂਟਸ ਦੀ ਗੱਲ ਨਹੀਂ ਹੋ ਰਹੀ, ਜਿੰਨੇ ਲੈਫਟ ਕੋਸੈਟ ਹੋਣਗੇ ਉਨੇ ਹੀ ਰਾਈਟ ਕੋਸੈਟ ਹੋਣਗੇ। ਇਹਨਾਂ ਦੇ ਵਿੱਚ ਆਪਾਂ 1-1 ਕੋਰਸਪੋਂਡੈਂਸ ਸ਼ੋ ਕਰਨੀ ਹੈ। ਇਹਦਾ ਮਤਲਬ ਕੀ ਹੈਗਾ, ਹੁਣ ਲੱਗ ਰਿਹਾ ਹੋਊਗੀ ਇਹ ਤਾਂ ਅੰਡਰਸਟੂਡ ਹੀ ਹੈ ਕਿ ਜਿੰਨੇ ਲੈਫਟ ਬਣਨਗੇ ਉਹਨੇ ਰਾਈਟ ਬਣਨਗੇ। ਜਿਵੇਂ ਆਪਾਂ ਐਗਜ਼ਾਮਪਲ ਲਈ ਸੀ ਜੀ, ਜਿਵੇਂ G ਗਰੁੱਪ ਹੈਗਾ, ਇਹਦੇ ਵਿੱਚ 1-1 ਆਇਓਟਾ ਮਾਈਨਸ ਆਇਓਟਾ, ਰਾਈਟ ਕੋਸੈਟ ਕਿੰਨੇ ਬਣਨਗੇ ਇਹਦੇ? ਇੱਕ H1, ਇੱਕ H-1, ਇੱਕ H ਆਇਓਟਾ, ਇੱਕ H ਮਾਈਨਸ ਆਇਓਟਾ। ਇਹ ਰਾਈਟ ਕੋਸੈਟ ਬਣਨਗੇ ਇਹਦੇ। ਕਿ ਨੰਬਰ ਆਫ ਰਾਈਟ ਕੋਸੈਟ 4 ਹੋਣਗੇ। ਜਿਨ੍ਹਾਂ ਨੇ ਪਹਿਲਾਂ ਲੈਕਚਰ ਲਗਾਏ ਉਹਨਾਂ ਨੂੰ ਪਤਾ ਹੋਊਗਾ ਕਿ ਇਹਦੀ ਕਾਊਂਟਿੰਗ ਨਹੀਂ ਕਰ ਸਕਦੇ ਆਪਾਂ। ਮਤਲਬ ਜੇ ਮੈਂ ਤੁਹਾਨੂੰ ਕਹਾਂ ਕਿ ਇਹਦੇ ਵਿੱਚ ਕਿੰਨੇ ਡਿਫਰੈਂਟ ਰਾਈਟ ਕੋਸੈਟ ਨੇ, ਕਿੰਨੇ ਰਾਈਟ ਕੋਸੈਟ ਨੇ ਇਹਦੇ ਵਿੱਚ, ਇਹਨੂੰ 4 ਨਹੀਂ ਕਹਿ ਸਕਦੇ ਹੈਗੇ ਆਪਾਂ। ਜਿਹਨੇ ਪਹਿਲਾਂ ਲੈਕਚਰ ਲਾਏ ਹੋਣ ਨੂੰ ਪਤਾ ਹੋਊਗਾ ਕਿ 4 ਕਿਉਂ ਨਹੀਂ ਕਹਿ ਸਕਦੇ। ਕਾਊਂਟਿੰਗ ਆਪਾਂ ਤਾਂ ਕਰ ਸਕਦੇ ਜੇ ਆਪਾਂ ਨੂੰ ਪਤਾ ਹੋਵੇ ਇਹ 'ਚ ਡਿਸਟਿੰਕਟ ਕਿਹੜੇ ਨੇ। ਕੀ ਪਤਾ ਦੋਨੇ ਆਂਸਰ ਸੇਮ ਬਣਦੇ ਹੋਣ, ਕਰਕੇ ਦੇਖ ਲਓ। ਚਾਹੇ ਮੈਂ H1 ਕੱਢ ਰਿਹਾ ਜੀ, H1 ਕੱਢਿਆ ਕਿੰਨਾ ਬਣੇਗਾ, ਪਹਿਲਾਂ ਇਹਨੂੰ 1 ਨਾਲ ਮਲਟੀਪਲਾਈ ਕੀਤੇ 1-1 ਆਇਓਟਾ ਮਾਈਨਸ ਆਇਓਟਾ ਆ ਜਾਏਗਾ। H into 1 ਕੀਤਾ ਜੀ, H into -1 ਕੀਤਾ ਹੈ, -1 ਨਾਲ ਮਲਟੀਪਲਾਈ ਕੀਤਾ, -1 ਮਾਈਨਸ ਆਇਓਟਾ ਆਇਓਟਾ ਆ ਜਾਏਗਾ। ਇਹ ਆ ਜਾਏਗਾ ਆਪਣੇ ਕੋਲ। ਹੁਣ ਆਪਾਂ ਇਹ ਕਹਿਣੇ ਕਿ ਦੋ ਨੇ, ਇਹ ਇੱਕੋ ਹੈ ਜੀ, ਸੇਮ। ਇਹਦੀ ਕਾਊਂਟਿੰਗ ਆਪਾਂ ਨਹੀਂ ਕਰ ਸਕਦੇ ਹੈਗੀ। ਏਦਾਂ ਨਹੀਂ ਹੈ ਕਿ 4 ਹੀ ਆਪਣੇ ਕੋਲ ਰਾਈਟ ਕੋਸੈਟ ਬਣਨਗੇ ਅਤੇ 4 ਹੀ ਲੈਫਟ ਕੋਸੈਟ ਬਣਨਗੇ। ਤਾਂ ਲੱਗ ਰਿਹਾ ਹੋਊਗਾ ਕਿ ਲੈਫਟ ਕੋਸੈਟ ਤੇ ਰਾਈਟ ਕੋਸੈਟ ਤਾਂ ਬਰਾਬਰ ਹੀ ਹੋਣਗੇ। ਜੇ ਬਰਾਬਰ ਹੀ ਹੋਣਗੇ ਤਾਂ 1-1 ਕੋਰਸਪੋਂਡੈਂਸ ਦੀ ਕੀ ਲੋੜ ਆਪਾਂ ਨੂੰ। ਤਾਂ ਉਹਦੇ ਵਿੱਚ ਇਹ ਹੈ ਕਿ ਇਹ ਆਪਾਂ ਨੂੰ ਪਤਾ ਨਹੀਂ 4 ਹੀ ਹੋਣਗੇ। ਕਿਵੇਂ ਨਹੀਂ ਪਤਾ 4 ਹੋਣਗੇ ਆਪਾਂ ਨੂੰ, ਕਿਉਂਕਿ ਇਹ ਦੋ ਸੇਮ ਹੋ ਗਏ। ਜੇ ਦੋ ਸੇਮ ਹੋ ਗਏ ਤਾਂ ਕਾਊਂਟਿੰਗ ਵਿੱਚ ਇੱਕ ਕਾਊਂਟ ਕਰਾਂਗੇ ਆਪਾਂ। ਇਹ ਵੀ ਚੈੱਕ ਕਰੇ ਵੀ ਸੇਮ ਬਣਨਗੇ ਤਾਂ ਓਵਰਆਲ 2 ਰਾਈਟ ਕੋਸੈਟ ਬਣਨਗੇ, ਫਿਰ ਓਵਰਆਲ 2 ਲੈਫਟ ਕੋਸੈਟ ਬਣਨਗੇ। ਮੈਂ ਜਿੰਨੇ ਲੈਫਟ ਕੋਸੈਟ ਹੋਣਗੇ ਉਨੇ ਹੀ ਰਾਈਟ ਕੋਸੈਟ ਹੋਣਗੇ। ਇਹ ਆਪਾਂ ਨੇ ਥਿਊਰਮ ਪ੍ਰੂਵ ਕਰਨੀ ਹੈ। ਤਾਂ ਇਹਦੀ ਸਟਾਰਟਿੰਗ ਕਰ ਰਹੇ ਆਪਾਂ, ਉਹ ਦੇਖੋ। ਲੈਟ ਕਰ, ਲੈਟ L is equals to HA AH such that A belongs to G। ਇਹ ਸਮਝ ਆ ਗਿਆ ਹੁਣ। ਜਿੰਨੇ ਵੀ ਲੈਫਟ ਕੋਸੈਟ ਨੇ ਆਪਾਂ L 'ਚ ਪਾ ਲਏ
एंड आर मान लिया आपने एच ए सच दैट ए बिलोंग्स टू जी। जिन्ने भी राइट को सैट ने आपने वो आप आर च पा ले, लैफ्ट को सैट आप एल विच पा ले सैट विच। जिन्ने लैफ्ट को सैट होणगे मतलब जिन्ने एल दे एलीमेंट्स होणगे उन्ने ही आर दे एलीमेंट्स होणगे। लैफ्ट को सैट ते राइट को सैट आपने इन्हां च 1 to 1 कॉरस्पोंडेंस शो करनी है। फिर किवें शो करांगे किता सी फंक्शन डिफाइन करांगे आपां। लेट कर लिया एफ फंक्शन फ्रॉम एल टू आर जिन्हां दे विच आपां ने 1 to 1 कॉरस्पोंडेंस करनी हुंदी है। फंक्शन ओहदे उपर डिफाइन करना ए टू बी ओ मनने ए पहला पढ़िया सी आपां। एंड एफ ऑफ फंक्शन तां डिफाइन हुंदा हुंदा जे डोमेन पता होवे, कोड मीन पता होवे ते इमेजेस पता हो तां प्रॉपर फंक्शन डिफाइन हुंदा। तां इहदे विच अपने कोल देखिया कि फंक्शन किवें डिफाइन करना, एल टू आर डिफाइन करना। एल दे एलीमेंट उपर फंक्शन लाना। हुण एल विच एलीमेंट किदां दे ने, इहदे विच सारे राइट को सैट ने, लैफ्ट को सैट सॉरी, एल विच सारे लैफ्ट को सैट ने। तां फंक्शन की हो गया ए एच, ए कोई जनरल एलीमेंट आ। हुण ये फंक्शन किवें लाया आपां ने, ध्यान दो जी। हुण ये थोड़ा फंक्शन ध्यान रखना हुंदा, इनू राइट को सैट च कन्वर्ट करना आपां। राइट को सैट विच तां राइट को सैट इदां दा सपोज कर रहे हैं एच ए इनवर्स, ये वाला राइट को सैट मन्निया। फंक्शन आपां इदां डिफाइन किया कि लैफ्ट को सैट लाया ए इनवर्स, इधरले पासे अपने कोल ए इनवर्स जी दा एलीमेंट ही होगा। जो जी दा एलीमेंट होगा राइट तो मल्टीप्लाई करांगे तो राइट को सैट ही बनेगा। बस ये फंक्शन थोड़े ध्यान रखने ने, बाकी जिवें जिवें करांगे प्रैक्टिस हो जाएगी। कि लैफ्ट को सैट आ, ये राइट को सैट लिया आपां इधरले पासे, इहनूं उधर ले दूजे पासे ले गए आपां। चलो इस तो बाद फिर आपां अगे सॉल्व करते हैगे। तो देखो जी, हुणे फंक्शन मान लिया आपां, लास्ट लैक्चर पता होगा कि जे आपां ये फंक्शन सपोज किया इहनूं तां इहनूं आपां ने 1 1 ते ऑन टू दा प्रूव करना ही करना। तो ये भी शो करना पहला कि ये फंक्शन आपां सही मन्निया, वेल डिफाइंड। और लास्ट लैक्चर पढ़िया सी किवें करना हुंदा कि पहला लेट करांगे आपां, इत्थे नाल लिख दिओ जी, वेयर ए बिलोंग्स टू जी। ये फंक्शन कोई भी सपोज कर सकते हैं, जे 1 to 1 कॉरस्पोंडेंस याद होवे, कोई भी फंक्शन सपोज करके जे आपां नूं 1 1 ते ऑन टू शो कर दी, एक भी फंक्शन आपां नूं जिहा मिल जेड़ा 1 1 ते ऑन टू होवे तां फंक्शन जेड़ा होगा दोनों विच 1 to 1 कॉरस्पोंडेंस होगी। हुण आपां जिवें आ लिया भी ठीक आ, जां आपां इदां भी लै सकदे हैगे, जे मतलब फंक्शन ने डिफाइन किया आर टू एल तो एफ ऑफ एच ए इज इक्वल टू ए इनवर्स एच, इदां मान लो। ये राइट को सैट लेना, इधर लैफ्ट को सैट लेके आना, ये भी ठीक है। फंक्शन जेड़ा मर्जी सपोज कर लो, फंक्शन नूं आपां 1 1 ते ऑन टू प्रूव करता तो 1 to 1 कॉरस्पोंडेंस आ जाएगी। इदां कीता होया आपां ने। सो ये आ गया जी, लेट किया। दो एलीमेंट लेने हुंदे पहले सैट विच, ये एल आ, ये आर आ जी। ਇਹਦੇ ਵਿੱਚ ਆਪਾਂ ਲਿਆ a, ਇਹ ਦੋ ਐਲੀਮੈਂਟ ਲੈਣੇ ਹੁੰਦੇ ਨੇ a1 ਤੇ a2h ਲੈਣੇ। ਲੈਟ ਕੀਤਾ ਆਪਾਂ ਨੇ ਪਹਿਲਾਂ x1 ਇਕੁਅਲ ਟੂ x2 ਕੀਤਾ ਤੇ ਇਥੋਂ ਕੀ ਸ਼ੋ ਕਰਨਾ ਆਪਾਂ ਨੇ, ਇਹ ਮੰਨ ਕੇ x1 ਇਕੁਅਲ ਟੂ x2 ਸਪੋਜ਼ ਕਰਕੇ ਆਪਾਂ ਨੇ fx1 ਇਕੁਅਲ ਟੂ fx2 ਕਰਨਾ ਹੁੰਦਾ, ਫਿਰ ਫੰਕਸ਼ਨ ਵੈਲ ਡਿਫਾਈਂਡ ਹੋ ਜਾਊਗਾ। ਇਹ ਲਾਸਟ ਲੈਕਚਰ ਚ ਆਪਾਂ ਪੜਿਆ ਹੋਇਆ ਜੀ। चलो सॉल्व करते हैं। ये थ्योरम की आपने प्रूफ नहीं करवाया सी, राइट को सैट से प्रूफ करवाया सी। जे a1h इक्वल टू a2h होगा तो जिहड़ा a1 इनवर्स a2 हैगा वो h च आऊगा। ये प्रूव किया होया आपने, ये ध्यान च होवे किवें सीगा। ए एच इज इक्वल टू बी एच होवे तो इत्थों की आऊगा, उधर लै गए आपां एच इज इक्वल टू ए इनवर्स बी एच आ जाएगा तो यह एलीमेंट एच च आऊ। जिथे आपने थ्योरम प्रूव की सी जी, जिवें आ प्रूव किया हैगा ये थ्योरम, इहदा आपां राइट को सैट वाला पार्ट प्रूव किया सीगा।
ਲੈਫਟ ਵਾਲਾ ਸਿਮਿਲਰਲੀ ਇਸ ਤਰ੍ਹਾਂ ਸੀ ਉਹ ਕਰਵਾਇਆ ਨਹੀਂ ਸੀਗਾ। ਜੇ ਧਿਆਨ ਦੇ ਵਿੱਚ ਹੋਵੇ ਇਹ ਕਿਵੇਂ ਕੀਤਾ ਸੀ ਆਪਾਂ ਨੇ ਕਿ ਇਹਨੂੰ ਆਪਾਂ ਨੇ ਜਿਹੜਾ AH ਆ AH ਇਕੁਅਲ BH ਲਿਖ ਲਿਆ ਆਪਾਂ ਨੇ। ਤਾਂ ਇਹਨੂੰ ਪਹਿਲਾਂ ਆਪਾਂ ਨੇ ਪ੍ਰੀ ਮਲਟੀਪਲਾਈ ਕੀਤਾ ਸੀ A ਇਨਵਰਸ ਨਾਲ। ਇੱਥੇ ਵੀ A ਇਨਵਰਸ A E ਬਣ ਜਾਊਗਾ E into H ਕਿਤੇ H ਆ ਜਾਊਗਾ, ਸਾਰਾ ਪ੍ਰੂਫ ਉਦਾਂ ਸੀਗਾ। ਹੁਣ ਦੇਖੋ ਧਿਆਨ ਨਾਲ, ਸੋ ਇਹ ਤੋਂ ਆਪਾਂ ਚੀਜ਼ ਥਿਓਰਮ ਆ ਇਹਦੇ ਨਾਲ ਪਾ ਦਾਂਗੇ ਬਿਕੋਜ਼ ਜੇ AH ਇਕੁਅਲ BH ਹੋਵੇ ਤਾਂ ਇਦਾਂ ਲਿਖ ਸਕਦੇ ਆ ਜਾਂ ਸਿੱਧਾ ਪਾ ਲਓ। ਇੱਥੋਂ ਆਊਗਾ A ਇਨਵਰਸ B ਹੈਗਾ ਉਹ H ਚ ਆਊਗਾ। ਸਟੈਪ ਧਿਆਨ ਰੱਖਿਓ। ਹੁਣ ਜਿਹੜੀ ਚੀਜ਼ ਪ੍ਰੂਵ ਕਰਨੀ ਉਹ ਵੀ ਧਿਆਨ ਚ ਰੱਖਣਾ ਆਪਾਂ ਨੇ। ਕੀ ਬਣਾਉਣਾ ਆਪਾਂ ਨੇ x1 ਇਕੁਅਲ ਟੂ x2 ਤਾਂ ਆਪਾਂ ਨੇ ਸ਼ੋਅ ਕਰਨਾ ਜੋ ਇਹਦੇ ਕੋਰਸਪੋਂਡਿੰਗ ਆਊਗਾ ਅਤੇ ਜੋ ਇਹਨਾਂ ਦੇ ਕੋਰਸਪੋਂਡਿੰਗ ਆਊਗਾ, ਦੋਨਾਂ ਦੇ ਕੋਰਸਪੋਂਡਿੰਗ ਆਊਗਾ, ਇਹ ਦੋਨੇ ਇਕੁਅਲ ਹੋਣਗੇ। ਆਪਾਂ ਨੇ f of AH is equal to f of A2H ਸ਼ੋਅ ਕਰਨਾ। ਇਹਦੀ ਵੈਲਿਊ ਕਿੰਨੀ ਆਊਗੀ ਦੇਖੋ, ਇਹਦੀ ਵੈਲਿਊ ਆਊਗੀ ਜੀ H A1 ਇਨਵਰਸ ਤੇ ਇਹਦੀ ਵੈਲਿਊ ਕਿੰਨੀ ਆਊਗੀ H A2 ਇਨਵਰਸ। ਮਤਲਬ ਆਪਾਂ ਨੇ ਆਹ ਦੋਨੇ ਇਕੁਅਲ ਸ਼ੋਅ ਕਰਨੇ ਫਿਰ ਆਹ ਇਕੁਅਲ ਬਣਨਗੇ। ਆਹ ਬਣਾਉਣਾ ਆਪਾਂ ਨੇ, ਇਹ ਚੀਜ਼ ਬਣਾਉਣੀ ਹੈ, ਧਿਆਨ ਨਾਲ ਦੇਖਿਓ। ਫਿਰ ਆਪਾਂ ਇੱਥੋਂ ਲਿਖ ਸਕਦੇ ਹੈਗੇ ਆ ਜੇ A1 ਇਨਵਰਸ A2H ਵਿੱਚ ਬਿਲੋਂਗ ਕਰੇ, ਸਟੈਪ ਧਿਆਨ ਦੇਈਓ। ਜਿਵੇਂ ਆਪਾਂ ਥਿਓਰਮ ਕੀਤੀ ਹੈਗੀ ਆ HA ਇਕੁਅਲ ਟੂ HB ਵਾਲੀ, ਸਟੈਪ ਦੇਖਿਓ ਧਿਆਨ ਨਾਲ। ਤਾਂ ਇੱਥੋਂ ਆਪਣੇ ਕੋਲ AB ਇਨਵਰਸ H ਲਿਆ ਸੀ, ਇਹ ਇਫ ਐਂਡ ਓਨਲੀ ਸੀ ਥਿਓਰਮ, ਇਹਦੇ ਵਰਗੀ ਥਿਓਰਮ। ਮਤਲਬ ਇੱਥੋਂ ਇਹ ਕਹਿ ਸਕਦੇ ਆਪਾਂ, ਇੱਥੋਂ ਇਹ ਕਹਿ ਸਕਦੇ। ਹੁਣ ਸਟੈਪ ਦੱਸ ਦਿਆਂਗੇ, ਸਟੈਪ ਆਪਾਂ ਕਿੱਦਾਂ ਬਣਾਉਣੇ ਆ ਕਿ ਆਪਣਾ ਆਨਸਰ ਇਹ ਬਣ ਜੇ। ਆਪਾਂ ਨੇ ਹੁਣ ਕੀ ਸ਼ੋਅ ਕਰਨਾ, ਆਪਾਂ ਨੇ ਸ਼ੋਅ ਕਰਨਾ ਕਿ HA1 HA2 ਇਨਵਰਸ। ਜੇ ਪਤਾ ਹੋਵੇ ਨਾ ਪ੍ਰੂਫ ਕੀ ਕਰਨਾ, ਫਿਰ ਪ੍ਰੂਫ ਬਣਾਉਣਾ ਸੌਖਾ ਹੋ, ਸਟੈਪ ਬਣਾਉਣੇ ਸੌਖੇ ਰਹਿਣਗੇ ਆਪਾਂ ਨੂੰ। ਨਾ ਚੀ ਬਣਾਉਣੀ ਆਪਾਂ ਨੇ, ਇਹਨਾਂ ਦੀ ਕੰਪੇਅਰਿੰਗ ਕਰੋ ਆਪਸ ਚ। ਜੋ ਆਪਾਂ ਇਹਨਾਂ ਦੋਨਾਂ ਦੀ ਕੰਪੇਅਰਿੰਗ ਕੀਤੀ ਤਾਂ ਇਹਦੇ ਵਿੱਚੋਂ ਕੀ ਬਣੇਗਾ, ਆ A ਆ B ਆ, ਤਾਂ ਇਹ ਬਣੇਗਾ A1 A2 ਦਾ ਇਨਵਰਸ ਇਹ H ਚ ਹੋਵੇ। ਜੇ ਇਹ H ਚ ਹੋਵੇ ਤਾਂ ਇੱਥੋਂ ਆਪਾਂ ਸਟੈਪ ਕਹਿ ਸਕਦੇ ਹਾਂ। ਦੇਖੋ ਜੇ AB ਇਨਵਰਸ H ਵਿੱਚ ਆ ਤਾਂ HA ਇਕੁਅਲ HB ਹੋਊਗਾ, ਦੋਨੇ ਪਾਰਟ ਨੇ। ਇੱਥੋਂ ਆ ਕਹਿ ਸਕਦੇ, ਇੱਥੋਂ ਆ ਕਹਿ ਸਕਦੇ। ਇਹ ਸਾਰਾ A ਹੋ ਗਿਆ। ਜੇ AB ਇਨਵਰਸ H ਚ ਆ ਰਿਹਾ ਤਾਂ HA HB ਬਰਾਬਰ ਹੋ ਜਾਏਗਾ। ਮਤਲਬ this implies A1 ਇਨਵਰਸ A2 belongs to H। ਮਤਲਬ ਜੇ ਆਹ ਚੀਜ਼ ਹੋਵੇ ਫਿਰ ਇੱਥੋਂ ਆਹ ਚੀਜ਼ ਕਹਿ ਸਕਦੇ ਆ, ਫਿਰ ਇੱਥੋਂ ਆਹ ਚੀਜ਼ ਬਣ ਜਾਏਗੀ, ਇਹ ਆਪਣਾ ਆਨਸਰ ਆ ਜਾਊਗਾ। ਇਹ ਸਟੈਪ ਧਿਆਨ ਰੱਖਣੇ ਆਪਾਂ ਕਿਵੇਂ ਬਣਾ ਰਹੇ। ਹੁਣ ਦੇਖੋ ਆਹ ਤਾਂ ਹੈਗਾ ਹੀ ਆਪਣੇ ਕੋਲ, ਇਹਦੇ ਵਿੱਚ ਫਿਰ ਆਪਾਂ ਆਹ ਵਾਲਾ ਸਟੈਪ ਵਿੱਚ ਇੰਟਰੋਡਿਊਸ ਕਰਾਂਗੇ, ਲੈ ਕੇ ਆਵਾਂਗੇ। ਮਤਲਬ A1 A2 ਇਨਵਰਸ ਦਾ ਇਨਵਰਸ। ਇਹ ਸਟੈਪ ਧਿਆਨ ਰੱਖਣੇ ਕਿ ਆਪਾਂ ਇਦਾਂ ਕਹਿ ਸਕਦੇ ਹਾਂ ਜੀ, ਇਹ ਆਪਾਂ ਇਦਾਂ ਕਹਿ ਸਕਦੇ ਹਾਂ ਇਨਵਰਸ ਦਾ ਇਨਵਰਸ ਸੇਮ ਹੁੰਦਾ ਜੀ। ਹੁਣ ਉਹੀ ਕਨਸੈਪਟ ਲਾਇਆ ਪਿੱਛੇ ਵਾਲਾ, A B ਦਾ ਇਨਵਰਸ ਜੇ H ਵਿੱਚ ਆ ਰਿਹਾ ਹੈਗਾ ਤਾਂ ਇੱਥੋਂ ਕੀ ਹੋਊਗਾ HA equals to HB। ਇਹ A ਹੋ ਗਿਆ, B ਹੋ ਗਿਆ। ਇਹ ਕੀ ਹੈਗਾ, ਇਹ ਹੈਗੀ ਆ ਇਮੇਜ ਆਫ HA1, ਇਹ ਹੈ ਇਮੇਜ ਆਫ HA2। ਮਤਲਬ x1 equal to x2 ਮੰਨ ਕੇ fx1 equal to, ਸੌਰੀ ਇਹ ਗਲਤ ਹੋ ਗਿਆ, A1H ਆਊਗਾ, ਪੂਰੇ A2H ਆਏਗਾ। A1H ਦੀ ਇਮੇਜ HA ਇਨਵਰਸ, ਇਹ ਅੱਗੇ ਹੈ ਜੀ। ਇਹ A1H ਦੀ ਇਮੇਜ ਆਊਗੀ HA1 ਇਨਵਰਸ ਇਹਦੇ ਅਕੋਰਡਿੰਗ, ਤੇ A2H ਦੀ ਇਮੇਜ ਆਏਗੀ HA2 ਇਨਵਰਸ। तेरा मतलब बन गया जे x1 इक्वल टू x2 है तो fx1 इक्वल टू fx2 होवे तो आप कहांगे जो फंक्शन मन्निया है वो वेल डिफाइंड, therefore f is well defined। फंक्शन सही मन्निया आप हुण इहनूं 1 1 ते on to शो करांगे। 1 1 वाला पार्ट तो सौखा ही है, on to वाला पार्ट आप देखना ध्यान नाल।
1 1 ਕਰਨ ਲੱਗੇ ਇਹਦੇ ਹੈਡਿੰਗ ਪਾ ਲੈਣੀ 1 1 ਵਿੱਚ ਕੀ ਕਰਨਾ ਹੁੰਦਾ ਪਹਿਲਾਂ ਵੀ f x1 equal to f of x1 ਉਹੀ ਆਊਗਾ ਜੀ a1h f x2 ਦੱਸਣਾ ਹੁੰਦਾ where a1h a2h ਇਹ ਕਿਚ ਮੰਨਣੇ ਆਪਾਂ ਪਹਿਲੇ ਸੈੱਟ ਵਿੱਚ ਇਹ ਪਹਿਲਾਂ ਵਾਂਗੂ ਹੀ ਹੈ ਇਹ ਕੀ ਆਊਗਾ h a1 ਇਨਵਰਸ h a2 ਇਨਵਰਸ ਹੁਣ h a ਪਹਿਲਾਂ ਵਾਂਗੂ ਹੀ ਆ ਜੇ ਪਿਛਲਾ ਪਾਰਟ ਕੀਤਾ ਨਾ ਉਦਾਂ ਹੀ ਹੁਣ h a equal to h b ਕਦੋਂ ਹੁੰਦਾ ਇਹ ਲਿਖਿਆ ਆਪਾਂ ਹੁਣੀ ਜਦੋਂ a b ਦਾ ਇਨਵਰਸ h ਵਿੱਚ ਆਵੇ because h a equal to h b ਹੋਵੇ ਇਥੋਂ ਕੀ ਆਊਗਾ a b ਇਨਵਰਸ h if and only if ਆ ਜੀ ਤਾਂ ਇਥੋਂ ਆ ਗਿਆ a1 a2 ਇਹ h ਵਿੱਚ ਆ ਗਿਆ ਇਥੋਂ ਕੀ ਕਹਿ ਸਕਦੇ ਜੇ ਪਹਿਲਾ ਪਾਰਟ ਕੀਤਾ ਆਪਾਂ ਨੇ ਉਹ ਕੀਤਾ ਪਹਿਲਾ ਪਾਰਟ ਕਿਵੇਂ ਕੀਤਾ ah equal to bh ਹੋਵੇ ਇਥੋਂ ਕੀ ਬਣੇਗਾ ਜੀ a ਇਨਵਰਸ b h ਵਿੱਚ ਆਏਗਾ if and only if ਇਥੋਂ ਆ ਕਹਿ ਸਕਦੇ ਹਾਂ ਇਥੋਂ ਆ ਕਹਿ ਸਕਦੇ ਹਾਂ ਇਥੋਂ ਆ ਬਣਾ ਰਹੇ ਹਾਂ ਤਾਂ ਪਹਿਲਾਂ ਆ ਗਿਆ a1h equals to a2h ਇਹ ਪ੍ਰੂਵ ਹੋ ਗਿਆ f of x1 equal to f of x2 ਮੰਨ ਕੇ x1 equal to x2 ਸ਼ੋ ਕਰਤਾ ਆਪਾਂ therefore f is 1 1 ਇਹ 1 ਵਾਲਾ ਪਾਰਟ ਹੈ on to ਵਾਲਾ ਪਾਰਟ ਉਹ ਧਿਆਨ ਨਾਲ ਦੇਖਣਾ ਜੀ ਹੁਣ on to ਪ੍ਰੂਵ ਕਰਨਾ ਜੀ ਆਪਾਂ ਨੇ on to ਕਿਵੇਂ ਸੀਗਾ ਜੀ ਮੈਂ ਦੁਬਾਰਾ ਲਿਖ ਦਣਾ ਡੈਫੀਨੇਸ਼ਨ ਇਹ ਕੀਤਾ ਸੀ ਆਪਾਂ ਕਿ f is on to if and only if there exists x belongs to a such that fx equal to y for all y belongs to b ਪਹਿਲਾਂ y b ਚ ਸਪੋਜ਼ ਕਰਨਾ ਹੁੰਦਾ ਉਹਦੀ ਇਮੇਜ ਆਪਾਂ a ਚ ਮੰਨਣੀ ਹੁੰਦੀ ਹੁਣ ਜਿਹਨੇ ਲਾਸਟ ਥਿਓਰਮ ਧਿਆਨ ਨਾਲ ਪੜ੍ਹੀ ਹੋਵੇ ਦੱਸਿਆ ਸੀ ਉੱਥੇ ਜੋ ਨੂਮੈਰੀਕਲ ਆਪਾਂ ਕੀਤੇ ਸੀ ਜੋ ਟੌਪਿਕ ਸਮਝਾਇਆ ਸੀ ਨੂਮੈਰੀਕਲ ਚ ਆਪਾਂ ਪ੍ਰੀ ਇਮੇਜ ਕੱਢੀ ਸੀ ਇਹ ਚ ਪ੍ਰੀ ਇਮੇਜ ਸਪੋਜ਼ ਕਰਨੀ ਹੋਵੇ ਇਹਨਾਂ ਚ ਸੋ ਦੇਖੋ ਧਿਆਨ ਨਾਲ ਕਿਵੇਂ ਹੁਣ ਇਹ ਸੈੱਟ ਜੋ ਹੈ ਇਹ ਆਪਾਂ L to R ਮੰਨਿਆ ਇਹਦੇ ਵਿੱਚ ਐਲੀਮੈਂਟ ਕਿਸ ਫਾਰਮ ਦੇ ਨੇ ਇਹਦੇ ਵਿੱਚ ਲੈਫਟ ਕੋ ਸੈੱਟ ਨੇ ਇਹਦੇ ਵਿੱਚ ਕੀ ਨੇ ਆਪਣੇ ਕੋਲ ਰਾਈਟ ਕੋ ਸੈੱਟ ਤਾਂ ਕੋਈ ਵੀ ਆਪਾਂ ਇੱਕ ਰਾਈਟ ਕੋ ਸੈੱਟ ਸਪੋਜ਼ ਕਰ ਲੈਂਦੇ ਇਹਦੇ ਵਿੱਚ ਹੁਣ ਰਾਈਟ ਕੋ ਸੈੱਟ ਕੋਈ ਵੀ ਮੰਨ ਲਿਆ ਮੈਂ HA ਲੈ ਲਿਆ ਰਾਈਟ ਕੋ ਸੈੱਟ ਜਿਹੜਾ ਮਰਜ਼ੀ ਸਪੋਜ਼ ਕਰ ਲਓ ਇਹ ਜਨਰਲ ਮੰਨ ਕੇ ਉਹਦੀ ਪ੍ਰੀ ਇਮੇਜ ਆਪਾਂ ਇਹਦੇ ਚ ਐਗਜ਼ਿਸਟ ਕਰਾਣੀ ਹੁੰਦੀ ਹੈ ਜੇ ਜਨਰਲ ਦੀ ਐਗਜ਼ਿਸਟ ਕਰੇਗੀ ਫਿਰ ਸਾਰਿਆਂ ਦੀ ਐਗਜ਼ਿਸਟ ਕਰੇਗੀ ਇਹਦਾ ਮਤਲਬ ਇਦਾਂ ਹੁੰਦਾ ਤਾਂ ਆਪਾਂ ਲੈਟ ਕਰ ਲਿਆ ਲੈਟ HA ਕੋਈ ਵੀ ਆਪਾਂ R ਚ ਸਪੋਜ਼ ਕਰ ਲਿਆ ਇਹ ਜਨਰਲ ਐਲੀਮੈਂਟ ਆ ਹੁਣ ਇਹਦੀ ਪ੍ਰੀ ਇਮੇਜ ਆਪਾਂ ਸਪੋਜ਼ ਕਰਨੀ ਹੈ ਸਪੋਜ਼ ਕਰਨੀ ਹੈ ਪ੍ਰੀ ਇਮੇਜ ਗੱਲ ਧਿਆਨ ਰੱਖਣੀ ਹੈ A ਕਿਹਦੇ ਵਿੱਚ ਆ ਇਹ ਚੀਜ਼ ਹੁਣ ਇਹ ਸਪੋਜ਼ ਕਿਵੇਂ ਕਰਨੀ ਆ ਇੱਥੋਂ ਦੇਖ ਕੇ ਕਰਨੀ ਆ ਕਿ ਆਪਾਂ ਫੰਕਸ਼ਨ ਇਦਾਂ ਡਿਫਾਈਨ ਕੀਤਾ ਹੋਇਆ ਆਪਾਂ ਫੰਕਸ਼ਨ ਕਿਹੜਾ ਲਈਏ ਕਿ ਉਹਦਾ ਆਨਸਰ HA ਆ ਜੇ ਇਹ ਗੱਲ ਸਮਝ ਆ ਰਹੀ ਹੋਵੇ ਇਹਦੀ ਪ੍ਰੀ ਇਮੇਜ ਆਪਾਂ ਸਪੋਜ਼ ਕਰਨੀ ਹੈ ਤਾਂ ਕਿਹੜਾ ਕੀ ਪਾਈਏ ਉਰੇ ਕਿ ਇਹ ਆ ਜਾਏ ਆਪਣੇ ਕੋਲ ਤਾਂ ਲੱਗ ਰਿਹਾ ਹੋਊਗਾ ਪਤਾ ਕਿ ਉਰੇ ਲਵਾਂਗੇ ਆਪਾਂ A ਇਨਵਰਸ H ਕਿਉਂ ਕਿਉਂਕਿ ਜੇ ਆਪਾਂ A ਇਨਵਰਸ H ਲਵਾਂਗੇ ਤਾਂ AH ਦਾ ਫੰਕਸ਼ਨ ਲਾਇਕ ਕੀ ਕੀਤਾ ਆਪਾਂ A ਦਾ ਇਨਵਰਸ ਹੋ ਦੂਜੇ ਪਾਸੇ ਜਾ ਕੇ ਤਾਂ ਜਿਹੜਾ ਆ ਫੰਕਸ਼ਨ ਇਨਵਰਸ ਹੋ ਜਾਏਗਾ ਦੂਜੇ ਪਾਸੇ ਜਾ ਕੇ ਫੰਕਸ਼ਨ ਆਪਾਂ ਇਸ ਤਰ੍ਹਾਂ ਡਿਫਾਈਨ ਕੀਤਾ ਹੈ ਇਹ ਫਿਰ HA ਬਣ ਜਾਏਗਾ ਇੱਥੇ ਥੋੜਾ ਦਿਮਾਗ ਲੱਗੂਗੀ ਪ੍ਰੀ ਇਮੇਜ ਆਪਾਂ ਕਿਵੇਂ ਮੰਨਣੀ ਹੈ ਜੀ ਤਾਂ ਲੈਟ ਕਰ ਲਿਆ ਨੀ ਆਲਸੋ F A ਇਨਵਰਸ H ਇਹ ਬਣੇਗਾ HA ਇਨਵਰਸ ਦਾ ਇਨਵਰਸ HA
मतलब ਆਪਾਂ ਨੇ ਜਨਰਲ ਐਲੀਮੈਂਟ ਦੀ ਪ੍ਰੀ ਇਮੇਜ ਸਪੋਜ਼ ਕਰ ਲਈ, ਇਹ ਸਪੋਜ਼ ਹੋ ਗਈ। मतलब इदां कह लो जनरल एलिमेंट की प्री इमेज आ गई अपने को, बस वो देखनी है कि ए च आ रही है, बस ये चेक करना ए मतलब पहले सैट विच आ रही है प्री इमेज, ये गल चेक करनी है कि ए इनवर्स एच ये आऊगा, वो देखते हैं आप। आलसो ए जी च बिलोंग करता हैगा तो ए इनवर्स पक्का जी च बिलोंग करेगा बिकॉज ग्रुप दे विच इनवर्स एग्जिस्ट करेगा। देयरफॉर ਇਹਨੂੰ ਕੀ ਕਹੋਗੇ, ਜੇ ਗਰੁੱਪ ਦੇ ਐਲੀਮੈਂਟ ਨੂੰ ਸਬ ਗਰੁੱਪ ਨਾਲ ਮਲਟੀਪਲਾਈ ਕਰਾਂਗੇ ਲੈਫਟ ਤੋਂ, ਇਹ ਗਰੁੱਪ ਦਾ ਐਲੀਮੈਂਟ ਆ ਜੀ, ਜੇ ਗਰੁੱਪ ਦੇ ਐਲੀਮੈਂਟ ਨੂੰ ਸਬ ਗਰੁੱਪ ਨਾਲ ਮਲਟੀਪਲਾਈ ਕਰਾਂਗੇ ਆਪਾਂ ਲੈਫਟ ਤੋਂ, ਹੁਣ ਕੀ ਕਹਾਂਗੇ ਆਪਾਂ ਲੈਫਟ ਕੋਸੈਟ। ਤੇ ਆਹ ਸੈੱਟ ਕੀ ਮੰਨਿਆ ਆਪਾਂ, ਜਿੰਨੇ ਵੀ ਲੈਫਟ ਕੋਸੈਟ ਨੇ ਸਾਰੇ ਇਹਦੇ ਵਿੱਚ ਪਾਏ ਨੇ, ਜੇ ਇਹ ਲੈਫਟ ਕੋਸੈਟ ਹੈਗਾ ਤਾਂ ਇਹ ਪੱਕਾ ਐਲ ਵਿੱਚ ਆਊਗਾ ਬਿਕੋਜ਼ ਐਲ ਵਿੱਚ ਕੀ ਨੇ ਸਾਰੇ ਲੈਫਟ ਕੋਸੈਟ ਨੇ। ਤਾਂ ਕੀ ਮਤਲਬ ਬਣ ਗਿਆ, ਜਨਰਲ ਐਲੀਮੈਂਟ ਦੀ ਜੋ ਪ੍ਰੀ ਇਮੇਜ ਸੀ ਉਹ ਆਪਾਂ ਐਲ ਵਿੱਚ ਐਗਜ਼ਿਸਟ ਕਰਾਤੀ। ਜੇ ਜਨਰਲ ਦੀ ਐਗਜ਼ਿਸਟ ਕਰ ਰਹੀ ਹੈ ਸਾਰਿਆਂ ਦੀ ਐਗਜ਼ਿਸਟ ਕਰ ਰਹੀ ਹੈ, ਸਾਰਿਆਂ ਦੀ ਐਗਜ਼ਿਸਟ ਕਰ ਰਹੀ ਹੈ ਤਾਂ देयरफॉर एफ पक्का की बनेगा ऑन टू, 1 1 भी हो गया ऑन टू भी हो गया। देयरफॉर एफ इज बाइजेक्टिव, बाइजेक्टिव कहना 1 1 ते ऑन टू दोनों हो गए। देयरफॉर देयर इज 1 to 1 correspondence between left cosets and right cosets, ਇਹ ਆਪਾਂ ਨੇ ਪ੍ਰੂਵ ਕਰਨਾ ਸੀ। ਇਹ ਥੋੜਾ ਕੰਸੈਪਟ ਸਮਝ ਕੇ ਕਰ ਲਓ, ਜੇ ਹੁਣ ਪਹਿਲਾਂ ਸਮਝ ਨਹੀਂ ਆਇਆ ਹੈਗਾ ਜੀ ਤੇ ਹੁਣ ਮਿਹਨਤ ਕਰ ਲਓ ਕਿਉਂਕਿ ਅੱਗੇ ਜਿਹੜਾ ਨੈਕਸਟ ਚੈਪਟਰ ਕਰਨਾ ਸਾਰਾ ਇਹਦੇ ਉੱਪਰ ਹੀ ਆ 1 1 ਤੇ 1 2 ਉੱਪਰ। ਤੇ ਥਿਊਰਮ ਕਾਫੀ ਇੰਪੋਰਟੈਂਟ ਹੈ ਜੀ। ਸੋ ਆਹ ਥਿਊਰਮ 6 ਥਿਊਰਮ ਹੋਰ ਪਾਣੀ ਛੋਟੀ ਥਿਊਰਮ ਆਈ ਹੋ। मैं स्टेटमेंट पढ़ रहा, तुम भी स्टेटमेंट देख लो जी। एच ए इनवर्स इक्वल टू ए इनवर्स एच वेयर ए बिलोंग्स टू जी। ਹੁਣ ਪ੍ਰੋਪਰਟੀਜ਼ ਕਾਫੀ ਹੋ ਰਹੀਆਂ ਨੇ, ਉਹ ਯਾਦ ਰੱਖਣ ਦਾ ਤਰੀਕਾ ਧਿਆਨ ਰੱਖਿਓ, ਜਿਵੇਂ ਜਿਵੇਂ ਤਰੀਕੇ ਆਪਾਂ ਕਰ ਰਹੇ ਹੈਗੇ ਉਹ ਤਰੀਕਾ ਧਿਆਨ ਰੱਖਿਓ। ਜਿਵੇਂ ਇਹ ਚ ਸ਼ੋ ਕਰਨਾ ਆਪਾਂ ਨੇ एच ए इनवर्स इक्वल टू ए इनवर्स एच, ਜੇ ਪ੍ਰੋਪਰਟੀ ਇਹਨੂੰ ਯਾਦ ਕਿਵੇਂ ਰੱਖਣਾ, ਸਟੇਟਮੈਂਟ ਨੂੰ ਪ੍ਰੂਫ ਤਾਂ ਕਰਾਂਗੇ ਆਪਾਂ, ਮਤਲਬ ਆਪਾਂ ਇਦਾਂ ਯਾਦ ਰੱਖ ਲਓ ਜੀ ਔਰਲੀ, ਵੈਸੇ ਕਰ ਨਹੀਂ ਸਕਦੇ ਆਪਾਂ, ਯਾਦ ਰੱਖਣ ਦਾ ਤਰੀਕਾ ਹੈ ਰਿਵਰਸਲ ਲਾ ਦਿਓ ਯਾਦ ਰੱਖਣ ਵਾਸਤੇ। ਤੇ ਐਚ ਇਨਵਰਸ ਜਿਹੜਾ ਹੋਊਗਾ ਪ੍ਰੂਵ ਕੀਤਾ ਹੋਇਆ, ਜੇ ਸਬ ਗਰੁੱਪ ਆ ਤਾਂ ਐਚ ਬਰਾਬਰ ਹੁੰਦਾ, ਜੇ ਸਬ ਗਰੁੱਪ ਆ, ਸਬ ਗਰੁੱਪ ਦਿੱਤਾ ਹੋਇਆ, ਦਿੱਤਾ ਕਿਉਂ ਹੋਇਆ ਬਿਕੋਜ਼ ਰਾਈਟ ਕੋਸੈਟ ਜਾਂ ਲੈਫਟ ਕੋਸੈਟ ਇਹ ਤਾਂ ਨਿਕਲਣਗੇ अगर एच सब ग्रुप हो तो अंडरस्टूड है कि सब ग्रुप आ, सब ग्रुप च एच इनवर्स जो होंगे एच बराबर होंगे तो ये बराबर आ जाएगा। ये प्रॉपर्टी स्टेटमेंट इदा आप याद रखनी है। बाकी प्रूफ कर रहे हैं, प्रूफ देखो, प्रूफ आप इदा नहीं कर सकते ना जिवें मैं लिखिया कि चलो इन्ना सौखा नहीं है प्रूफ, ये इदा नहीं कर सकते बिकॉज आप किते प्रूव नहीं किया है। आपने ये प्रूव किया है कि एलीमेंट दे विच रिवर्सल ला हुंदा हैगा, ਇਹ ਵੀ ਪ੍ਰੂਵ ਕੀਤਾ ਹੈ ਕਿ ਸੈੱਟ ਦੇ ਵਿੱਚ ਰਿਵਰਸਲ ਲਾ ਹੁੰਦਾ ਹੈਗਾ, ਇਹ ਵੀ ਪ੍ਰੂਵ ਕੀਤਾ ਹੈ, ਦੋ ਸੈੱਟ ਹੋਣ ਪਰ ਇੱਕ ਐਲੀਮੈਂਟ ਹੋਵੇ ਇੱਕ ਸੈੱਟ ਹੋਵੇ, ਇਹਦੇ ਚ ਨਹੀਂ ਪ੍ਰੂਵ ਕੀਤਾ ਆਪਾਂ ਰਿਵਰਸਲ ਲਾ। ਇਦਾਂ ਸਿੱਧਾ ਆਪਾਂ ਨਹੀਂ ਕਹਿ ਸਕਦੇ, ਇਹ ਗੱਲਾਂ ਧਿਆਨ ਰੱਖਣੀਆਂ ਨੇ। ਚਲੋ ਦੇਖੋ ਫਿਰ ਕਿਵੇਂ ਕਰਨਾ ਆਪਾਂ ਨੇ। ਉਹੀ ਕੰਸੈਪਟ ਲਾਵਾਂਗੇ ਪਹਿਲਾ ਵਰਗਾ ਕਿ ਜੇ A ਇਕੁਅਲ ਟੂ B ਸ਼ੋ ਕਰਨਾ ਤਾਂ ਪਹਿਲਾਂ A ਸਬਸੈਟ ਆਫ B ਕਰਾਂਗੇ, ਫਿਰ B ਸਬਸੈਟ ਆਫ A ਕਰਾਂਗੇ, ਇਹ ਕਰਕੇ ਫਿਰ ਇੱਥੋਂ ਹੋ ਜਾਊਗਾ A ਇਕੁਅਲ ਟੂ B ਹੋ ਜਾਊਗਾ। A ਸਬਸੈਟ ਆਫ B ਕਿਵੇਂ ਕਰਾਂਗੇ, ਪਹਿਲਾਂ A ਚ ਐਲੀਮੈਂਟ ਸਪੋਜ਼ ਕਰਾਂਗੇ ਫਿਰ ਇਹ ਚ ਪ੍ਰੂਵ ਕਰਾਂਗੇ। ਇੱਥੋਂ ਸਟਾਰਟ ਕਰ ਰਹੇ ਜੀ। ਸੋ ਲੈਟ ਕੀਤਾ ਪਹਿਲਾਂ ਜਿਹੜਾ X ਹੈਗਾ ਉਹ HA ਹੋਲ ਇਨਵਰਸ ਦੇ ਵਿੱਚ,
मतलब पहला ਇਹਦੇ ਵਿੱਚ ਮੰਨ ਕੇ ਫਿਰ ਇਹ ਚ ਪ੍ਰੂਵ ਕਰਾਂਗੇ, ਫਿਰ ਇਹ ਚ ਮੰਨ ਕੇ ਇਹ ਚ ਪ੍ਰੂਵ ਕਰਾਂਗੇ। ਸੌਖਾ ਹੀ ਆ। ਹੁਣ ਇਹ ਚ ਐਲੀਮੈਂਟ ਕਿਸ ਫਾਰਮ ਨੇ ਲੱਗ ਗਿਆ ਹੋਊਗਾ ਪਤਾ। ਪਹਿਲਾਂ ਤਾਂ ਰਾਈਟ ਕੋ ਸੈੱਟ ਬਣਾਉਣਾ, ਮਤਲਬ h ਦੇ ਐਲੀਮੈਂਟ ਨੂੰ a ਨਾਲ ਪੋਸਟ ਮਲਟੀਪਲਾਈ ਕਰਨਾ, ਬਾਅਦ ਚੋਂ ਕੱਲੇ ਐਲੀਮੈਂਟ ਦਾ ਆਪਾਂ ਇਨਵਰਸ ਲੈਣਾ। ਇਹਦਾ ਮਤਲਬ ਇਹ ਹੈ, ਜੇ ਧਿਆਨ ਦੇ ਵਿੱਚ ਹੋਵੇ h ਇਨਵਰਸ ਕੀ ਸੀਗਾ, ਇਹਦੇ ਵਿੱਚ h ਦੇ ਐਲੀਮੈਂਟਾਂ ਦਾ ਇਨਵਰਸ ਪਾਇਆ ਸੀ। ਜੇ ਮੰਨ ਲਓ h ਵਿੱਚ ਐਲੀਮੈਂਟ ਵੈਸੇ ਹੀ ਕਹਿ ਰਿਹਾ ਕਿ a b c ਨੇ, ਤਾਂ h ਇਨਵਰਸ a ਇਨਵਰਸ b ਇਨਵਰਸ c ਇਨਵਰਸ ਹੋਣਗੇ। ਤਾਂ ਇਹਦੇ ਵਿੱਚ ਤਾਂ therefore x ਕੀ ਹੋਊਗਾ, ਉਹ h a ਦਾ ਇਨਵਰਸ ਦੀ ਫਾਰਮ ਦਾ ਹੋਊਗਾ, where h belongs to h। ਇਹ ਆਪਾਂ ਨੂੰ ਗਿਵਨ ਆ ਕਿ a g ਵਿੱਚ ਦਿੱਤਾ ਹੋਇਆ। ਤਾਂ ਇਦਾਂ ਦੇ ਕਿਉਂ ਹੋਣਗੇ ਦੇਖੋ ਧਿਆਨ ਨਾਲ। ਇਹ h ਦੇ ਐਲੀਮੈਂਟ ਨੂੰ ਪੋਸਟ ਮਲਟੀਪਲਾਈ ਕੀਤਾ, h ਦੇ ਐਲੀਮੈਂਟ ਨੂੰ ਪੋਸਟ ਮਲਟੀਪਲਾਈ ਕੀਤਾ, ਫਿਰ ਇਨਵਰਸ ਲੈ, ਫਿਰ ਇਨਵਰਸ ਲੈ। ਇਦਾਂ ਦੇ ਐਲੀਮੈਂਟ ਇਹਦੇ ਵਿੱਚ ਹੋਣਗੇ। ਜੇ ਆਪਾਂ x ਇਹਦੇ ਵਿੱਚੋਂ ਸਪੋਜ਼ ਕੀਤਾ ਤਾਂ x ਵੀ ਇਦਾਂ ਦਾ ਹੀ ਕੋਈ ਇੱਕ ਐਲੀਮੈਂਟ ਹੋਊਗਾ। ਤਾਂ ਇਹਨੂੰ ਲਿਖ ਲਿਆ ਆਪਾਂ x ਇਹ ਚ ਆਪਾਂ ਰਿਵਰਸਲ ਲਾ ਸਕਦੇ ਹਾਂ ਜੀ, ਰਿਵਰਸਲ ਦਾ, ਬਿਕੋਜ਼ ਦੋਨੇ ਐਲੀਮੈਂਟ ਨੇ। ਨਾਓ ਹੁਣ ਦੇਖੋ ਧਿਆਨ ਨਾਲ, ਇਹ ਆਪਾਂ h ਮੰਨਿਆ, this implies ਜੋ h ਦਾ ਇਨਵਰਸ ਆ ਉਹ ਵੀ h ਚ ਆਊਗਾ। ਕਿਉਂ? ਬਿਕੋਜ਼ h is ਸਬ ਗਰੁੱਪ ਆਫ g, ਜੋ h ਹੈ ਉਹ ਸਬ ਗਰੁੱਪ ਆਫ g ਹੋ। h ਜੋ ਹੈ ਉਹ ਸਬ ਗਰੁੱਪ ਆਫ g ਹੋਊਗਾ, ਇਸ ਕਰਕੇ ਜਿਹੜਾ h ਦਾ ਇਨਵਰਸ ਹੈਗਾ ਉਹ h ਵਿੱਚ ਆਊਗਾ। ਸਬ ਗਰੁੱਪ ਦੇ ਵਿੱਚ ਖੁਦ ਆਪ ਗਰੁੱਪ ਹੁੰਦਾ, ਗਰੁੱਪ ਦੇ ਵਿੱਚ ਇਨਵਰਸ ਐਗਜ਼ਿਸਟ ਕਰਦਾ ਹੁੰਦਾ ਜੀ। ਜੇ h ਇਨਵਰਸ ਇਹਦੇ ਵਿੱਚ ਆਊਗਾ, h ਵਿੱਚ ਆਊਗਾ, ਤਾਂ ਧਿਆਨ ਦਿਓ ਜੀ, ਜੇ ਆਪਾਂ ਇਹਨੂੰ a ਇਨਵਰਸ ਨਾਲ ਕਰ ਦਈਏ ਇਸ ਐਲੀਮੈਂਟ ਨੂੰ a ਇਨਵਰਸ ਨਾਲ ਪ੍ਰੀ ਮਲਟੀਪਲਾਈ ਕਰਤਾ, ਤਾਂ ਉਹ ਐਲੀਮੈਂਟ ਲੈਫਟ ਕੋ ਸੈੱਟ ਵਿੱਚ ਆਊਗਾ। ਕਿਵੇਂ? ਇਹ ਚ ਐਲੀਮੈਂਟ ਕਿਸ ਫਾਰਮ ਦੇ ਨੇ? h ਦੇ ਐਲੀਮੈਂਟ ਨੂੰ a ਇਨਵਰਸ ਨਾਲ ਪ੍ਰੀ ਮਲਟੀਪਲਾਈ ਹੋਇਆ, ਇਹ ਵੀ ਤਾਂ ਫਿਰ h ਦਾ ਐਲੀਮੈਂਟ a ਇਨਵਰਸ ਨਾਲ ਪ੍ਰੀ ਮਲਟੀਪਲਾਈ ਕੀਤਾ। ਜੇ h ਦਾ ਐਲੀਮੈਂਟ h ਦਾ ਐਲੀਮੈਂਟ ਪ੍ਰੂਵ ਕੀਤਾ, ਦੇਖੋ ਨੂੰ ਪ੍ਰੀ ਮਲਟੀਪਲਾਈ ਕਰਾਂਗੇ a ਇਨਵਰਸ ਨਾਲ, ਤਾਂ a ਇਨਵਰਸ h ਵਿੱਚ ਆਊਗਾ। ਇੱਥੋਂ ਕੀ ਇਸ਼ੂ ਹੋ ਗਿਆ? ਦਿਸ ਇੰਪਲਾਈਜ਼ ਇਹ x ਨਹੀਂ ਮੰਨਿਆ, ਦੇਖੋ ਜੀ, ਤਾਂ x ਕਿਹਦੇ ਵਿੱਚ ਆ ਗਿਆ ਜੀ? a ਇਨਵਰਸ h ਵਿੱਚ। ਮਤਲਬ ਪਹਿਲਾਂ ਆਪਾਂ ਇਹਦੇ ਵਿੱਚ ਮੰਨਿਆ, ਉਹ ਚ ਸ਼ੋ ਕਰਤਾ, therefore ਆਪਾਂ ਕਹਿ ਸਕਦੇ ਹਾਂ h a ਇਨਵਰਸ ਇਕੁਅਲ ਟੂ a ਇਨਵਰਸ h। ਇਹ ਆਪਾਂ ਕਹਿ ਸਕਦੇ ਹਾਂ। ਸਬਸੈਟ ਆਊਗਾ ਜੀ ਇੱਥੇ, ਤੇ ਛੋਟੀ ਛੋਟੀ ਗੱਲਾਂ ਧਿਆਨ ਰੱਖਣੀਆਂ ਨੇ, ਐ ਨਹੀਂ ਕਿ ਸਿੱਧਾ ਜੋ ਲਿਖਿਆ ਉਹ ਲਿਖੀ ਜਾਣਾ ਹੈਗਾ। x belongs to a ਹੋਵੇ ਤਾਂ x belongs to b ਹੋਵੇ ਤਾਂ a ਸਬਸੈਟ ਆਫ b ਹੋਊਗਾ। ਚਲੋ ਨਿਕਲੇ ਗੱਲਾਂ ਧਿਆਨ ਰੱਖਣੀਆਂ ਨੇ। ਇਸ ਤੋਂ ਬਾਅਦ ਹੁਣ ਆਪਾਂ ਇਹਦੇ ਵਿੱਚ ਮੰਨ ਕੇ ਇਹ ਚ ਸ਼ੋ ਕਰਾਂਗੇ। ਲੈਟ ਕਰ ਲਓ ਹੁਣ x ਕਿਹਦੇ ਵਿੱਚ ਹੈਗਾ? a ਇਨਵਰਸ h ਵਿੱਚ। ਤਾਂ ਕਿਹਦੇ ਚ ਸ਼ੋ ਕਰਨਾ ਆਪਾਂ? ਹੁਣ ਇਹਦੇ ਵਿੱਚ ਲੈ ਕੇ ਆਉਣਾ। ਸੋ ਧਿਆਨ ਦਿਓ ਜੀ। ਤਾਂ ਆਪਾਂ x ਨੂੰ ਲਿਖ ਸਕਦੇ ਹੈਗੇ ਆ, x ਇਕੁਅਲਸ ਟੂ ਇਹ ਚ ਐਲੀਮੈਂਟ ਕਿਸ ਫਾਰਮ ਦੇ ਹੋਣਗੇ? a ਇਨਵਰਸ। ਹੁਣ h ਦਾ ਆਪਾਂ ਯੂਜ਼ ਕੀਤਾ ਹੋਇਆ ਸਿੰਪਲ, ਇੱਥੇ h1 ਲੈ ਲਓ। ਚਲੋ ਵੇਅਰ h1 ਬਿਲੋਂਗਸ ਟੂ h, ਇਸ ਫਾਰਮ ਦੇ ਐਲੀਮੈਂਟ ਹੋਣਗੇ ਇਹਦੇ ਵਿੱਚ। ਚਾਹੇ ਇੱਥੇ h1 h2 ਲੈ ਲਓ, ਜਿਸ ਤਰ੍ਹਾਂ ਮੈਂ ਸਿੰਬਲ ਲੈ ਲਓ, ਕੋਈ ਫਰਕ ਨਹੀਂ ਪੈਂਦਾ। ਹੁਣ ਇਸ ਫਾਰਮ ਦੇ ਐਲੀਮੈਂਟ ਦੇ ਵਿੱਚ ਹੋਣਗੇ। ਥੋੜਾ ਜਿਹਾ ਧਿਆਨ ਰੱਖਿਓ, ਹੁਣ ਕੀ ਚ ਲੈ ਕੇ ਆਉਣਾ ਆਪਾਂ ਨੇ? x ਨੂੰ h a ਇਨਵਰਸ ਚ ਲੈ ਕੇ ਆਉਣਾ ਜੀ। ਇਹਦੇ ਚ ਮੰਨ ਕੇ ਇਹਦੇ ਚ ਲੈ ਕੇ ਆਵਾਂ ਤਾਂ ਹੀ ਸਬਸੈਟ ਬਣੇਗਾ। ਹੁਣ ਇਹਦੇ ਚ ਲੈ ਕੇ ਆਉਣਾ ਆਪਾਂ ਨੇ, ਇਹਦੇ ਵਿੱਚ ਐਲੀਮੈਂਟ ਕਿਸ ਫਾਰਮ ਦੇ ਹੋਣਗੇ? h ਦਾ ਐਲੀਮੈਂਟ ਅੱਗੇ ਚਾਹੀਦਾ, a ਪਿੱਛੇ, ਤੇ ਹੋਲ ਇਨਵਰਸ ਇਸ ਫਾਰਮ ਚ ਬਣਾਉਣਾ ਆਪਾਂ ਐਲੀਮੈਂਟ। h ਦਾ ਐਲੀਮੈਂਟ ਅੱਗੇ ਚਾਹੀਦਾ, a ਪਿੱਛੇ, ਹੋਲ ਇਨਵਰਸ ਹੋਵੇ, ਤਾਂ ਹੀ ਜੇ x ਇਸ ਫਾਰਮ ਦਾ ਆਊਗਾ ਤਾਂ ਹੀ ਇਹਦੇ ਵਿੱਚ ਆਊਗਾ। ਹੁਣ ਇਹੀ ਸਟੈਪ ਧਿਆਨ ਨਾਲ ਬਣਾਉਣਾ ਕਿੱਦਾਂ ਆਪਾਂ ਨੇ? ਫਿਰ ਇਹਨੂੰ ਲਿਖ ਲਾਣੇ ਆਪਾਂ। ਪਹਿਲੀ ਗੱਲ a ਪਿੱਛੇ ਲੈ ਕੇ ਜਾਣਾ, ਤੇ a ਉੱਪਰ ਇਨਵਰਸ ਨਹੀਂ ਹੈ, ਹੋਲ ਇਨਵਰਸ ਆ। ਇੱਥੋਂ ਲੱਗ ਗਿਆ ਹੋਣਾ ਸ਼ਾਇਦ ਕੁਛ ਆਈਡੀਆ। ਇਹ ਲਿਖਾਂਗੇ ਜੀ h1 ਦਾ ਇਨਵਰਸ a ਦਾ ਹੋਲ ਇਨਵਰਸ। h ਦਾ ਐਲੀਮੈਂਟ
A ਨਾਲ ਆਪਾਂ H ਦਾ ਐਲੀਮੈਂਟ A ਨਾਲ ਪੋਸਟ ਮਲਟੀਪਲਾਈ ਕਰਨਾ ਤੇ ਉਹਦਾ ਹੋਲ ਦਾ ਇਨਵਰਸ ਹੋਵੇ, ਫਿਰ ਇਹਦੇ ਵਿੱਚ ਆਊਗਾ ਜੀ। ਚੈੱਕ ਵੀ ਕਰ ਲਓ, ਰਿਵਰਸਲ ਲਾਵਾਂਗੇ A ਇਨਵਰਸ ਅੱਗੇ ਆ ਜਾਊਗਾ, ਇਹ H1 ਦਾ ਇਨਵਰਸ ਕਰਾਂਗੇ ਸੇਮ ਆ ਜਾਊਗਾ। ਤਾਂ ਆਲਸੋ ਇਹਨੂੰ ਇੱਥੇ ਰੱਖ ਲਾਣੇ ਆਪਾਂ, ਆਲਸੋ ਜੋ H1 ਹੈ ਉਹ H ਚ, ਸ਼ਾਇਦ ਕਈਆਂ ਨੂੰ ਸਮਝ ਆ ਗਿਆ ਹੋਊਗਾ ਹੁਣ ਕਿਵੇਂ ਹੋਊਗਾ ਇਸ ਤੋਂ ਬਾਅਦ, ਇਹਦੇ ਵਾਂਗੂ ਹੀ ਆ ਜੀ। H1 ਜੇ H ਵਿੱਚ ਹੈ ਤਾਂ H1 ਦਾ ਇਨਵਰਸ ਵੀ H ਚ ਹੋਊਗਾ। ਰੀਜ਼ਨ ਕੀ ਆ ਰੀਜ਼ਨ ਵੈਸੇ ਪਾਇਆ ਹੈ, ਬਿਕੋਜ਼ H ਇਜ਼ ਸਬ ਗਰੁੱਪ ਆਫ G। ਜੇ ਇਹ ਇਹਦੇ ਵਿੱਚ ਹੋਊਗਾ ਤਾਂ ਜੇ ਆਪਾਂ H ਦੇ ਐਲੀਮੈਂਟ ਨੂੰ ਪੋਸਟ ਮਲਟੀਪਲਾਈ ਕਰ ਦਈਏ A ਨਾਲ, ਉਹ HA ਵਿੱਚ ਆਊਗਾ, ਤਾਂ ਐਲੀਮੈਂਟ HA ਚ ਆ ਗਿਆ, ਰਾਈਟ ਕੋਸੈਟ ਵਿੱਚ ਆਊਗਾ। ਤੇ ਇਹਦਾ ਇਨਵਰਸ ਕਿਹਦੇ ਵਿੱਚ ਆਊਗਾ ਜੀ, HA ਇਨਵਰਸ ਚ। ਕਿਉਂ? ਇਹਦੇ ਵਿੱਚ ਰਾਈਟ ਕੋਸੈਟ ਦਾ ਇਨਵਰਸ, ਇਹਦੇ ਵਿੱਚ ਕਿਹੜੇ ਐਲੀਮੈਂਟ ਆਣਗੇ, ਇਹਦੇ ਇਨਵਰਸ ਆਣਗੇ। ਮਤਲਬ ਜੋ ਐਲੀਮੈਂਟ HA ਚ ਪਿਆ ਉਹਦੇ ਇਨਵਰਸ ਇਹਦੇ ਵਿੱਚ ਆਉਣਗੇ। HA ਚ ਐਲੀਮੈਂਟ ਆ ਪਿਆ ਤਾਂ ਇਹਦਾ ਇਨਵਰਸ HA ਇਨਵਰਸ ਆਊਗਾ। ਤੇ ਇਹਨੂੰ ਕੀ ਮੰਨਿਆ ਆਪਾਂ ਨੂੰ, X। ਤਾਂ ਦਿਸ ਇੰਪਲਾਈਜ਼ X ਕਿਹਦੇ ਵਿੱਚ ਆ ਗਿਆ, HA ਇਨਵਰਸ। ਇਹਦੇ ਚ ਸਪੋਜ਼ ਕੀਤਾ ਪਹਿਲਾਂ, ਇਹਦੇ ਚ ਪ੍ਰੂਵ ਕਰਤਾ, therefore A inverse H is subset of HA inverse। ਇਹ ਸਬਸੈਟ ਹੋਊਗਾ ਜੀ। ਇਹ ਨੰਬਰਿੰਗ 1 ਪਾ ਲਓ ਪਹਿਲੇ ਵਾਲੀ, ਇਹ 2 ਪਾ ਲਓ। ਸਬਸੈਟ ਕਹਿਣਾ ਔਰ ਇਕੁਅਲ ਟੂ ਨਹੀਂ ਹੁੰਦਾ। ਹੁਣ ਕਹਾਂਗੇ ਆਪਾਂ ਇਕੁਅਲ ਟੂ A subset of B ਆ, B subset of A ਆ। therefore from 1 and 2 HA whole inverse is equals to A inverse H। ਇਹ ਆਪਾਂ ਨੇ ਪ੍ਰੂਵ ਕਰਨਾ ਸੀ। ਸੋ ਇਹ ਥਿਊਰਮਾਂ ਦੇਖ ਲਿਓ ਜੀ, ਕੋਈ ਪ੍ਰੋਬਲਮ ਹੋਈ ਤਾਂ ਅਸੀਂ ਪੁੱਛ ਸਕਦੇ ਹੈਗੇ ਹੋ ਜੀ, ਜਿਹੜੇ ਆਪਣੇ ਗਰੁੱਪ ਬਣੇ ਹੋਏ ਹੈਗੇ ਨੇ। ਤੇ ਨੈਕਸਟ ਲੈਕਚਰ ਵਿੱਚ ਆਪਾਂ ਫਿਰ ਨਵੀਂ ਥਿਊਰਮਾਂ ਕਰਾਂਗੇ ਜੀ। ਥੈਂਕ ਯੂ।